ਓਮ ਸ਼ਾਂਤੀ, ਸਤਿ ਸ਼੍ਰੀ ਅਕਾਲ ਜੀ। ਮੈਂ ਡਾਕਟਰ ਅਮਰਜੀਤ ਕੌਰ ਦੁਆ ਬੈਂਕਾਕ ਥਾਈਲੈਂਡ ਤੋਂ ਆਈ ਹਾਂ ਅਤੇ ਅੱਜ ਮੈਂ ਤੁਹਾਡੇ ਨਾਲ ਸਾਂਝ ਕਰਾਂਗੀ ਆਪਣੀ ਥੋੜ੍ਹੀ ਜ਼ਿੰਦਗੀ ਦਾ ਕਿ ਮੈਂ ਕਿਸ ਤਰ੍ਹਾਂ ਬ੍ਰਹਮਾ ਕੁਮਾਰੀਜ਼ ਟੀਚਰ ਹੂੰ ਅਤੇ PhD ਵੀ ਰਾਜਯੋਗ ਵਿੱਚ ਕੀਤਾ ਹੈ, ਜੋ ਕਿ ਸਾबित कर ਦਿੱਤਾ उस PhD ਵਿੱਚ ਕਿ राजयोग ब्रह्मा कुमारीज़ का गिव्स यू हैप्पीनेस एंड लाइफ सैटिस्फैक्शन, मतलब खुशी ते संतुष्टता जिंदगी विच दिंदी है। कि है मैं सिख धर्म दी लीडर भी है, मैं गुरबानी विचार गुरबानी प्रचार करदी हाँ ते किन्ने साल मेरे ख्याल 29-30 साल हो गए होंगे ते हुण भी करनी हाँ, क्योंकि गुरबानी दे नाल ही जुड़ के असी समझ सकने हाँ ते राजयोग सिखण दे नाल गुरबानी दी होर गहराई सानू समझ आ जाती है। मैनू गुरबानी विचार करदियां तकरीबन 13-14 साल हो गया सी जदों मैं राजयोग सिक्ख्या ते राजयोग सिखण दे नाल मैनू जरा गुरबानी दा की कहंदे ने एक्सपीरियंस, मतलब सच विच ਉਹ ਜੋ ਜਿਸ ਤਰ੍ਹਾਂ ਲਿਖਿਆ ਗੋਬਿੰਦ ਮਿਲਨ ਕਿ ਇਹ ਤੇਰੀ ਬਰਿਆ, ਉਹ ਮੈਨੂੰ ਐਕਸਪੀਰੀਅੰਸ ਹੋਣ ਲੱਗਿਆ ਜਿਵੇਂ ਮੈਂ ਰੱਬ ਨੂੰ ਸੱਚ ਵਿੱਚ ਮਿਲ ਰਹੀ ਹਾਂ ਅਤੇ ਸੱਚ ਵਿੱਚ ਆਨੰਦ ਪਿਆ, ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਇਹੋ ਜਿਹੀਆਂ ਗੱਲਾਂ ਸੱਚ ਵਿੱਚ ਹੋਣ ਲੱਗ ਪਈ ਸਨ। ਤਾਂ ਮੈਂ ਥੋੜ੍ਹਾ ਆਪਣਾ ਜ਼ਿੰਦਗੀ ਦਾ ਥੋੜ੍ਹਾ ਤੁਹਾਨੂੰ ਸੁਣਾਉਂਦੀ ਹਾਂ ਕਿ ਕਿਸ ਤਰ੍ਹਾਂ ਮੈਂ ਗੁਰਬਾਣੀ ਵਿੱਚ ਮੇਰਾ ਧਿਆਨ ਕਿਵੇਂ ਗਈ, ਕਿਉਂਕਿ ਮੈਂ ਤਾਂ ਇੱਕ ਮਾਂ ਤੇ 3 ਬੱਚੇ ਦੀ ਮਾਂ ਤੇ ਇੰਗਲਿਸ਼ ਟੀਚਰ ਆ, ਮਾਸਟਰਸ ਇਨ ਐਜੂਕੇਸ਼ਨ ਹੈ ਮੇਰਾ, ਥਾਈਲੈਂਡ ਵਿੱਚ ਰਹਿੰਦੀ ਹਾਂ ਅਤੇ ਨੋਰਮਲ ਜ਼ਿੰਦਗੀ ਜੀ ਰਹੀ ਸਾਂ ਅਤੇ ਕਿਵੇਂ ਮੈਂ ਇਸ ਮਾਰਗ 'ਤੇ ਆਈ ਹਾਂ ਅਤੇ ਕਿਵੇਂ ਮੈਂ ਰਾਜਯੋਗ ਬ੍ਰਹਮਾ ਕੁਮਾਰੀਜ਼ ਦੇ ਨਾਲ ਜੁੜੀ ਹਾਂ। ਇਹ ਬਹੁਤ ਇੰਟਰਸਟਿੰਗ ਕਹਾਣੀ ਹੈ ਜੋ ਮੇਰੀ ਹਕੀਕਤ ਕਹਾਣੀ ਹੈ। ਮੈਂ ਜਦ ਬੱਚੇ ਸਕੂਲ ਜਾਂਦੇ ਸਨ ਅਤੇ ਮੈਂ ਟੀਚਿੰਗ ਜੋਬ ਕਰਦੀ ਸੀ ਅਤੇ ਮੈਂ ਜਦੋਂ ਘਰ ਆਉਂਦੀ ਸਾਂ ਨੋਰਮਲ ਜਿਹੀ ਲਾਈਫ ਜਿਵੇਂ ਕੋਈ ਮਾਂ ਅਤੇ ਆਪਣਾ ਮੇਰਾ ਹਸਬੈਂਡ ਵੀ ਕੰਮ ਕਰਦੇ ਨੇ ਅਤੇ ਇਸ ਤਰ੍ਹਾਂ ਜ਼ਿੰਦਗੀ ਬੀਤਦੀ ਪਈ ਸੀ ਅਤੇ ਮੈਨੂੰ ਲੱਗ ਰਿਹਾ ਸੀ ਜਿਵੇਂ ਕਿ ਕੀ ਹੈ ਜ਼ਿੰਦਗੀ, ਅਸੀਂ ਬਸ ਉੱਠ ਕੇ ਖਾਣਾ ਪੀਣਾ, ਬੱਚਿਆਂ ਨੂੰ ਪਾਲਣਾ, ਕਮਾਈ ਕਰਨੀ ਅਤੇ ਸੌਣਾ, ਇਹੀ ਹੈ ਸਾਡੀ ਜ਼ਿੰਦਗੀ। ਜਿਵੇਂ ਰੋਬੋਟ ਜਿਹਾ ਹੈ ਨਾ ਕਿ ਉੱਠਿਆ ਹੈ, ਖਾਧਾ ਪੀਤਾ, ਸੁੱਤੇ, ਫਿਰ ਉੱਠੇ, ਫਿਰ ਖਾਧਾ ਪੀਤਾ, ਕੰਮ ਕਮਾਈ ਕੀਤਾ। ਮੈਨੂੰ ਅਚਾਨਕ ਲੱਗਣ ਲੱਗ ਪਿਆ ਸੀ ਕਿ ਇਹ ਰੋਬੋਟਿਕ ਜਿਹਾ ਲਾਈਫ ਹੋ ਗਿਆ, ਰੂਟੀਨ ਜਿਹਾ, ਜਿਵੇਂ ਕਿ ਇਹੋ ਜ਼ਿੰਦਗੀ ਹੈ। ਅਤੇ ਉਸ ਵਕਤ ਮੈਂ ਬਹੁਤ ਸਾਰੇ ਕਿਤਾਬਾਂ ਪੜ੍ਹਦੀ ਸਾਂ, ਜਿਵੇਂ ਮੈਨੀ ਮਾਸਟਰਸ ਮੈਨੀ ਲਾਈਫਸ, ਕਨਵਰਸੇਸ਼ਨਸ ਵਿਦ ਗੋਡ ਅਤੇ ਐਮਪਾਵਰਮੈਂਟ ਆਫ ਵੂਮਨ। ਇਹ ਇੰਗਲਿਸ਼ ਕਿਤਾਬਾਂ ਨੇ ਜਿਹੜਾ ਕਿ ਬੁੱਕ ਸ਼ਾਪਸ ਤੋਂ ਮਿਲਦੇ ਨੇ ਅਤੇ ਬਹੁਤ ਪੋਪੂਲਰ ਨੇ, ਬੈਸਟ ਸੈਲਰਸ ਨੇ, ਇੰਟਰਨੈਸ਼ਨਲ ਬੈਸਟ ਸੈਲਰਸ। ਅਤੇ ਮੈਨੂੰ ਇਹ ਕਿਤਾਬਾਂ ਪੜ੍ਹਨ ਦੇ ਨਾਲ ਸੋਚਣ ਲੱਗ ਪਿਆ ਮੈਨੀ ਮਾਸਟਰਸ ਮੈਨੀ ਲਾਈਵਸ, ਹਾਂ ਸੁਣਿਆ ਹੀ ਹੁੰਦਾ ਸੀ ਕਿ ਅਸੀਂ ਆਤਮਾ ਅਤੇ ਕਈ ਜ਼ਿੰਦਗੀ ਜਿਉਂਦੇ ਹਾਂ, ਪਰ ਇਹ ਜਿਵੇਂ ਕਿ ਕਹਿਣ ਵਾਲੀਆਂ ਗੱਲਾਂ ਸਨ ਅਤੇ ਮੈਨੂੰ ਇਹ ਕਿਤਾਬਾਂ ਪੜ੍ਹਨ ਦੇ ਨਾਲ ਥੋੜ੍ਹਾ ਇੰਟਰਸਟ ਜਾਗਣ ਲੱਗ ਪਈ ਸੀ। ਅਤੇ ਮੈਂ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਘਰ ਵਿੱਚ ਪ੍ਰਕਾਸ਼ ਕੀਤਾ ਹੁੰਦਾ ਅਤੇ ਉਹ ਮੈਂ ਰੋਜ਼ ਪ੍ਰਕਾਸ਼ ਕਰਦੀ ਸਾਂ, ਵਾਕ ਲੈਂਦੀ ਸਾਂ ਅਤੇ ਰਾਤ ਨੂੰ ਸਮਾਪਤੀ ਵੀ ਕਰੀਦਾ ਸੀ। ਅਤੇ ਇੱਕ ਦਿਨ ਮੈਂ ਪ੍ਰਕਾਸ਼ ਕਰਨ ਵੇਲੇ ਮੈਂ ਪੜ੍ਹਦੀ ਸਾਂ ਪਰ ਮੈਨੂੰ ਕੁਝ ਸਮਝ ਨਹੀਂ ਸੀ, ਮੈਨੂੰ ਪੜ੍ਹਨਾ ਆਉਂਦਾ ਸੀ ਲੇਕਿਨ ਸਮਝਦੀ ਨਹੀਂ ਸਾਂ। ਤਾਂ ਇੱਕ ਵਾਰੀ ਮੈਂ ਪ੍ਰਕਾਸ਼ ਕਰ ਰਹੀ ਸਾਂ ਅਤੇ ਮੈਨੂੰ ਅਚਾਨਕ ਜਿਵੇਂ ਕਿ ਕਿਰਨੇ ਆਈ ਕਿੱਧਰੋਂ, ਅਤੇ ਇੱਥੋਂ ਕਿਰਨੇ ਛੂ ਗਈ ਮੈਨੂੰ ਅਤੇ ਆਵਾਜ਼ ਆਈ ਜਿਵੇਂ ਕਿ ਸੱਚਾਈ ਲੱਭਦੀ ਪਈ ਤੂੰ ਅਤੇ ਫਿਰ ਇੱਥੋਂ ਲੱਭਣਾ ਪਏਗਾ, ਇੱਥੋਂ। ਇਹ ਕੋਈ ਨੋਰਮਲ ਕਿਤਾਬ ਨਹੀਂ ਹੈ ਜਿਹੜਾ ਤੂੰ ਪੜ੍ਹਦੀ ਪਈ, ਇਹ ਗ੍ਰੰਥ ਹੈ, ਇਹਦੇ ਵਿੱਚ ਸੱਚਾਈ ਹੈ। ਉਹ ਦੁਨਿਆਵੀ ਬੁੱਕ ਸ਼ਾਪਸ ਤੋਂ ਪੜ੍ਹਦੀ ਪਈ, ਉੱਥੋਂ ਥੋੜ੍ਹਾ ਸੱਚਾਈ ਮਿਲੇਗੀ। ਇਸ ਤਰ੍ਹਾਂ ਮੈਨੂੰ ਬਹੁਤ ਡੀਪਲੀ ਟੱਚ ਕੀਤਾ ਇਹ ਆਵਾਜ਼ ਅਤੇ ਇਹ ਖਿਆਲ। ਅਤੇ ਫਿਰ ਮੈਂ ਉਸ ਦਿਨ ਮੈਂ ਫਿਰ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਅਤੇ ਮੈਂ ਪੜ੍ਹਨ ਦੀ ਕੋਸ਼ਿਸ਼ ਕਰਦੀ ਪਈ ਸਾਂ, ਮਤਲਬ ਮੀਨਿੰਗ ਸਮਝਣ ਦੀ ਕੋਸ਼ਿਸ਼ ਕਰਦੀ ਪਈ ਸਾਂ ਅਤੇ ਮੈਨੂੰ ਸਮਝੇ ਨਾ। ਅਤੇ ਉਸ ਟਾਈਮ ਨਾ YouTube ਸੀ ਨਾ ਇੰਟਰਨੈਟ ਸੀ, ਇਹ 29-30 ਸਾਲ ਹੋ ਗਏ ਇਹ ਗੱਲ ਨੂੰ। ਅਤੇ ਇੰਗਲਿਸ਼ ਵਿੱਚ ਕੁਛ ਨਹੀਂ ਸੀ ਅਤੇ ਮੈਂ ਤਾਂ ਇੰਗਲਿਸ਼ ਸਪੀਕਿੰਗ ਲੜਕੀ ਹਾਂ, ਮੇਰਾ ਪੜ੍ਹਾਈ ਬੋਰਡਿੰਗ ਸਕੂਲ ਵਿੱਚ ਹੋਇਆ ਮਸੂਰੀ ਵਿੱਚ, ਇਸ ਵਾਸਤੇ ਮੈਂ ਹਿੰਦੀ ਵੀ ਬੋਲ ਲੈਂਦੀ ਹਾਂ।
ਤੇ 12 ਸਾਲ 11-12 ਸਾਲ ਬੋਰਡਿੰਗ ਸਕੂਲ ਪੜ੍ਹੀ, 9 ਮਹੀਨੇ ਇੰਡੀਆ, ਸਿਰਫ 3 ਮਹੀਨੇ ਥਾਈਲੈਂਡ। ਤੇ ਮੈਨੂੰ ਹਿੰਦੀ ਆਉਂਦੀ ਸੀ ਤੇ ਮੈਂ ਇੰਗਲਿਸ਼ ਸਪੀਕਿੰਗ ਆ, ਤੇ ਇੰਗਲਿਸ਼ ਵਿੱਚ ਮੇਰਾ ਜ਼ਿਆਦਾ ਮਨ ਚੱਲਦਾ ਹੈ, ਵਿਚਾਰ ਚੱਲਦੇ ਨੇ, ਬੱਚਿਆਂ ਨਾਲ ਵੀ ਇੰਗਲਿਸ਼ ਵਿੱਚ ਗੱਲ ਕਰੀਦਾ ਸੀ। ਹਾਂ, ਮਾਂ ਪਿਓ ਦੇ ਨਾਲ ਪੰਜਾਬੀ ਵਿੱਚ ਬੋਲੀਦਾ ਸੀ। ਉਸ ਟਾਈਮ ਮੇਰਾ ਪੰਜਾਬੀ ਵੀ ਇੰਨੀ ਵਧੀਆ ਨਹੀਂ ਸੀ, ਪਰ ਬਸ ਪੰਜਾਬੀ ਸਿੱਖੀ ਸੀ ਤੇ ਗੁਰੂ ਗ੍ਰੰਥ ਸਾਹਿਬ ਪੜ੍ਹ ਲੈਂਦੀ ਸਾਂ ਤੇ ਪਾਠ ਵਗੈਰਾ ਕਰ ਲੈਂਦੀ ਸਾਂ। ਤੇ ਇਹ ਜਦੋਂ ਮੈਨੂੰ ਹੋਇਆ ਕਿ ਮੈਨੂੰ ਸੱਚਾਈ ਲੱਭਣੀ ਹੈ ਕਿ ਮੈਂ ਕੀ ਲਿਖਿਆ, ਗੁਰੂ ਨਾਨਕ ਤੇ ਸਾਡੇ ਗੁਰੂਆਂ ਨੇ ਸਾਨੂੰ ਕੀ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਤੇ ਉਹਨੂੰ ਸਮਝਣ ਵਾਸਤੇ ਫਿਰ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਸਮਝਣਾ, ਉਸ ਦਿਨ ਮੈਨੂੰ ਹੋਸ਼ ਆਇਆ। ਮੈਂ ਫਿਰ ਆਪਣੇ ਫਰੈਂਡਸ ਨੂੰ ਇਕੱਠਾ ਕੀਤਾ ਕਿ ਚਲੋ ਆਪਾਂ ਆਪਣੇ ਦਰਾਨੀ ਨੂੰ ਤੇ ਥੋੜ੍ਹੇ ਫਰੈਂਡਸ ਅਸੀਂ ਕਿ ਗੁਰੂ ਗ੍ਰੰਥ ਸਾਹਿਬ ਸਿੱਖੀਏ, ਪੜ੍ਹੀਏ ਤੇ ਥੋੜ੍ਹਾ ਸਮਝਣ ਦੀ ਕੋਸ਼ਿਸ਼ ਕਰੀਏ। ਅਸੀਂ ਸਮਝਦੇ ਹੀ ਨਹੀਂ, ਉਹ ਵੀ ਸਾਰੇ ਤਿਆਰ ਹੋ ਗਏ ਸਨ। ਤੇ ਇਸ ਤਰ੍ਹਾਂ ਅਸੀਂ ਇਕੱਠੇ ਹੋ ਗਏ 11-12 ਲੜਕੀਆਂ ਤੇ ਮਤਲਬ ਮਾਤਾएं, ਤੇ ਅਸੀਂ ਸੋਚਿਆ ਹਫ਼ਤੇ ਵਿੱਚ ਇੱਕ ਵਾਰੀ ਗੁਰਬਾਣੀ ਪੜ੍ਹਾਂਗੇ, ਕਿਉਂਕਿ ਇੰਗਲਿਸ਼ ਅਸੀਂ ਸਾਰੇ ਸਪੀਕਿੰਗ ਸਾਂ ਤੇ ਗਿਆਨੀ ਜੀ ਤੇ ਪੰਜਾਬੀ ਵਿੱਚ ਬੋਲਣਾ ਸੀ। ਤੇ ਗਿਆਨੀ ਜੀ ਨੇ ਫਿਰ ਕਿਹਾ ਤੁਸੀਂ ਸੰਤੋਖ ਸਿੰਘ ਦਾ ਜਾਂ ਕੋਈ ਸਟੀਕ ਨਾ 10 ਬੁੱਕਸ ਗੁਰੂ ਗ੍ਰੰਥ ਸਾਹਿਬ ਦੇ ਟਰਾਂਸਲੇਸ਼ਨਸ ਦਾ ਤੁਸੀਂ ਲੈ ਲਓ, ਉਹਦੇ ਵਿੱਚ ਇੰਗਲਿਸ਼ ਟਰਾਂਸਲੇਸ਼ਨ ਵੀ ਹੋਏਗੀ ਤੇ ਮੈਂ ਤੁਹਾਨੂੰ ਵਿਚਾਰ ਕਰਾਂਗੀ ਤੇ ਤੁਸੀਂ ਨਾਲ ਇੰਗਲਿਸ਼ ਦਾ ਵੀ ਥੋੜ੍ਹਾ ਪੜ੍ਹ ਲਓ, ਤੁਹਾਨੂੰ ਹੋਰ ਸਮਝ ਵਿੱਚ ਆਏਗੀ। ਤੇ ਅਸੀਂ ਉਹ ਕਿਤਾਬਾਂ ਲੈ ਕੇ ਮੈਂ ਬਹਿ ਗਈ, 10 ਕਿਤਾਬਾਂ, ਇੰਨੇ ਢੇਰ ਸਾਰੇ ਕਿਤਾਬਾਂ, ਸਾਰੇ ਦੇ ਅੱਗੇ 10-10 ਕਿਤਾਬਾਂ, ਉਹ ਟਰਾਂਸਲੇਸ਼ਨ ਗੁਰੂ ਗ੍ਰੰਥ ਸਾਹਿਬ ਦਾ, ਪੂਰਾ ਗੁਰੂ ਗ੍ਰੰਥ ਸਾਹਿਬ ਦਾ ਟਰਾਂਸਲੇਸ਼ਨ। ਤੇ ਮੈਂ ਮਨ ਵਿੱਚ ਹੱਸਣ ਲੱਗ ਪਈ ਕਿ ਮੈਨੂੰ ਤੇ ਪੰਜਾਬੀ ਵੀ ਨਹੀਂ ਆਉਂਦੀ ਤੇ ਇਹ ਪਤਾ ਨਹੀਂ ਇਹ ਗਿਆਨ ਮੈਨੂੰ ਕਿੱਥੇ ਸਮਝ ਆਏਗੀ। ਇਸ ਤਰ੍ਹਾਂ ਕਰਕੇ ਫਿਰ ਮੈਂ ਕਿਉਂਕਿ ਮੈਂ ਰੱਬ ਨਾਲ ਬਹੁਤ ਗੱਲਾਂ ਕਰਦੀ ਸਾਂ ਤੇ ਮੈਂ ਰੱਬ ਨਾਲ ਅੱਗੇ ਗੱਲ ਕੀਤੀ ਕਿ ਦੇਖੋ ਮੈਂ ਇੰਗਲਿਸ਼ ਸਪੀਕਿੰਗ ਆ, ਪਰ ਤੂੰ ਮੈਨੂੰ ਸਿੱਖ ਧਰਮ ਵਿੱਚ ਜਨਮ ਦਿੱਤਾ ਹੈ ਤੇ ਮੈਂ ਤੈਨੂੰ ਖੋਜਣ ਵਾਸਤੇ ਸਭ ਤੋਂ ਪਹਿਲਾਂ ਸਿੱਖ ਧਰਮ ਤੋਂ ਹੀ ਖੋਜਾਂਗੀ ਤੇ ਗੁਰੂ ਗ੍ਰੰਥ ਸਾਹਿਬ ਰਾਹੀਂ ਮੈਂ ਤੈਨੂੰ ਲੱਭਾਂਗੀ। ਤੇ ਜੇ ਨਹੀਂ ਮਿਲਿਆ ਤੇ ਜੇ ਕੁਛ ਨਹੀਂ ਸਮਝ ਆਇਆ, 1 ਸਾਲ ਟਾਈਮ ਦੇ ਰਹੀ ਹਾਂ, ਜੇ 1 ਸਾਲ ਵਿੱਚ ਮੈਨੂੰ ਨਹੀਂ ਸਮਝ ਆ ਰਿਹਾ ਤੇ ਮੈਂ ਤੈਨੂੰ ਲੱਭਾਂਗੀ, ਪਰ ਹੋਰ ਕੋਈ ਤਰੀਕਾ ਲੱਭਣਾ ਪਏਗਾ ਇੰਗਲਿਸ਼ ਵਿੱਚ। ਤੇ ਬਸ ਫਿਰ ਮੈਂ ਮਨ ਵਿੱਚ ਧਾਰ ਲਿਆ ਕਿ ਮੈਂ ਇੱਕ ਸਾਲ ਤੇ ਮੈਂ ਪੂਰਾ ਆਪਣਾ ਦਿਲ ਲਗਾ ਕੇ ਮੈਂ ਕਰਾਂਗੀ ਇਹ ਕੰਮ। ਐਂਡ ਦੇयर ਵਾਜ਼ ਨੋ ਟਰਨਿੰਗ ਬੈਕ। ਮਤਲਬ ਉਸ ਦਿਨ ਤੋਂ ਮੈਂ ਕਦੀ ਵਾਪਸ ਗਈ ਨਹੀਂ, ਕਿਉਂਕਿ ਗੁਰਬਾਣੀ ਤੋਂ ਜਿਹੜਾ ਮਿਲਿਆ, ਇੰਨਾ ਕੁਛ ਮਿਲਿਆ। ਤੇ ਕੀ ਹੋਇਆ ਕਿ ਉਹਨਾਂ ਦਿਨਾਂ ਵਿੱਚ ਹੀ ਗੁਰਬਾਣੀ ਪੜ੍ਹਦਿਆਂ ਹੀ ਮੇਰਾ ਕਈ ਆਤਮਾएं ਨਾਲ ਮੇਲ ਹੋਇਆ, ਜੈਸੇ ਗਿਆਨੀ ਤਰਜੀਤ ਸਿੰਘ, ਗਿਆਨੀ ਮੋਹਰ ਸਿੰਘ ਤੇ ਸਾਡੇ ਉਧਰ ਦੇ ਜੋ ਗਿਆਨੀ ਜੀ ਹੁੰਦੇ ਸਨ ਉਸ ਜ਼ਮਾਨੇ ਦੇ, ਕਈ ਨਾਂ ਨੇ ਮੈਨੂੰ ਯਾਦ ਵੀ ਨਹੀਂ। ਤੇ ਗਿਆਨੀ ਅਰਜਨ ਸਿੰਘ ਸਨ ਪਹਿਲਾਂ, ਤੇ ਐਂਡ ਦੈਨ ਪਿੱਛੋਂ ਭਾਈ ਜਸਪਾਲ ਸਿੰਘ ਵੀ ਆਏ, ਉਹਨਾਂ ਕੋਲ ਵੀ ਸਿੱਖਿਆ ਤੇ ਬਹੁਤ ਸਾਰੇ ਗਿਆਨੀ ਜੀ ਆਏ। ਭਾਈ ਜਸਪਾਲ ਸਿੰਘ ਦੇ ਮੇਰੇ ਗਿਆਨੀ ਤਰਜੀਤ ਸਿੰਘ ਤੇ ਭਾਈ ਜਸਪਾਲ ਸਿੰਘ ਤੇ ਗਿਆਨੀ ਮੋਹਰ ਸਿੰਘ, ਇਹ 3 ਗਿਆਨੀਆਂ ਤੋਂ ਮੈਂ ਕਾਫੀ ਕੁਛ ਸਿੱਖਿਆ ਗੁਰਬਾਣੀ ਤੋਂ, ਮੀਨਿੰਗ ਸਮਝਣਾ। ਔਰ ਫਿਰ ਮੈਂ ਕੈਸੇਟਸ ਰਾਹੀਂ, ਉਸ ਜ਼ਮਾਨੇ ਵਿੱਚ ਕੈਸੇਟਸ ਚੱਲਦੀਆਂ ਸਨ, ਮੈਂ ਕੈਸੇਟਸ ਰਾਹੀਂ ਵੀ ਬਹੁਤ ਕੁਝ ਸਿੱਖਿਆ। ਮਤਲਬ ਸੁਣਦੀ ਸਾਂ 8-8 ਘੰਟੇ। ਮੇਰਾ ਖੋਜ ਇੰਨੀ ਸੀ ਕਿ ਮੈਂ 8-8 ਘੰਟੇ ਆਪਣਾ ਸੈਲਫ ਸਟੱਡੀ ਕਰਦੀ ਸਾਂ। ਤੇ ਮੈਂ ਸਕੂਲ ਵਿੱਚ ਪੜ੍ਹਾਉਂਦੀ ਸਾਂ ਇੰਗਲਿਸ਼, ਤੇ ਮੈਂ ਹਫ਼ਤੇ ਵਿੱਚ 1 ਦਿਨ ਨਹੀਂ ਜਾਂਦੀ ਸਾਂ, ਛੁੱਟੀ ਲੈ ਲਈ ਸੀ। ਤੇ ਮੈਂ ਅਸਿਸਟੈਂਟ ਪ੍ਰਿੰਸੀਪਲ ਸੀ ਤੇ ਮੇਰੀ ਪ੍ਰਿੰਸੀਪਲ ਮੈਨੂੰ ਹਫ਼ਤੇ ਵਿੱਚ 1 ਦਿਨ ਛੁੱਟੀ ਦੇ ਦਿੰਦੀ ਸੀ, ਕਿਉਂਕਿ ਮੈਂ ਰਿਜ਼ਾਈਨ ਕਰਨਾ ਚਾਹੁੰਦੀ ਸੀ ਤੇ ਉਹ ਮੈਨੂੰ ਰਿਜ਼ਾਈਨ ਨਹੀਂ ਸੀ ਕਰਨ ਦਿੱਤਾ। ਉਹਨੇ ਆਖਿਆ ਕਿ ਤੂੰ 1 ਦਿਨ ਛੁੱਟੀ ਲੈ ਲਈ ਹਫ਼ਤੇ ਵਿੱਚ, ਲੇਕਿਨ ਤੈਨੂੰ ਰੈਜ਼ਿਗਨੇਸ਼ਨ ਮੈਂ ਨਹੀਂ ਦੇਣਾ। ਤੇ ਇਸ ਵਾਸਤੇ ਮੈਂ ਪੜ੍ਹਾਉਂਦੀ ਸਾਂ ਇੰਗਲਿਸ਼ ਤੇ ਹਫ਼ਤੇ ਵਿੱਚ 1 ਦਿਨ ਮੈਂ ਗੁਰਬਾਣੀ ਵਿਚਾਰ ਕਰਦੀ ਸਾਂ। ਤੇ ਇਸ ਤਰ੍ਹਾਂ ਕਰਕੇ ਮੈਨੂੰ ਇੱਕ ਵਾਰੀ ਬਹੁਤ ਕੁਛ ਮਿਲਿਆ। ਗਿਆਨੀ ਤਰਜੀਤ ਸਿੰਘ ਕੋਲੋਂ ਮੈਨੂੰ ਸਮਝ ਵਿੱਚ ਆ ਗਈ ਕਿ ਮੀਟ ਸ਼ੀਟ ਨਹੀਂ ਖਾਣਾ ਚਾਹੀਦਾ, ਵੈਜੀਟੇਰੀਅਨ ਹੋਣਾ ਚਾਹੀਦਾ। ਤੇ ਗੁਰਬਾਣੀ ਵਿੱਚ ਲਿਖਿਆ ਸੀ, ਮੈਂ ਉਹਨਾਂ ਨਾਲ ਪ੍ਰਾਈਵੇਟ ਵਿੱਚ ਗੱਲ ਕੀਤੀ, ਜੋ ਕਿ ਸਟੇਜ ਦੇ ਉੱਤੇ ਇਹੋ ਜਿਹੀ ਗੱਲਾਂ ਨਹੀਂ ਹੁੰਦੀ, ਕਿਉਂਕਿ ਕਿਸੇ ਨੇ ਫੋਲੋ ਨਹੀਂ ਕਰਨਾ। ਫਿਰ ਦਰਬਾਰ ਹਾਲ ਵਿੱਚ, ਗੁਰਦੁਆਰੇ ਵਿੱਚ ਉਹੀ ਉਹ ਗੱਲ ਹੁੰਦੀ ਹੈ ਜਿਹੜਾ ਕਿ ਸੰਗਤਾਂ ਨੂੰ ਪਸੰਦ ਆਏ, ਸੰਗਤਾਂ ਸੁਣਨ। ਜੇ ਅਸੀਂ ਕਹਿਣ ਲੱਗ ਪੈਣ ਕਿ ਸ਼ਰਾਬ ਨਹੀਂ ਪੀਣਾ ਜਾਂ ਮੀਟ ਨਹੀਂ ਖਾਣਾ, ਇਹੋ ਜਿਹੇ ਕਥਾ ਕਰਾਂਗੇ, ਫਿਰ ਕੋਈ ਆਉਂਦਾ ਨਹੀਂ ਸੁਣਨ ਵਾਸਤੇ। ਤੇ ਇਹੋ ਜਿਹੇ ਟੌਪਿਕਸ ਕੋਈ ਬੋਲਦਾ ਹੀ ਨਹੀਂ ਸਟੇਜ ਦੇ ਉੱਤੇ। ਤੇ ਮੈਨੂੰ ਜਦ ਸਮਝ ਵਿੱਚ ਆ ਗਈ ਤੇ ਫਿਰ
मैं सोचन लग पई, पर फिर गुरबानी विच वो पंक्तियां आया सन जरा कि मैनू छू गया, तो मैं फिर मीट वेजिटेरियन बन गई, मीट छड़ दिता है, गुरबानी पढ़ दिया। और एक दिन भाई जसपाल सिंह नू किसी ने गल की सी कि मीट खाना ठीक है, तो भाई साहब ने खाओ, तुसीं खाओगे तो एक दिन वो भी तुहानू खावणगे। तो मैं हैरान हो गई, भाई जसपाल सिंह ने भी इहो गल आखी, तो उस तो बाद फिर मेरा मीट खाना ही मैं छड़ दिता। मैं कहा जे गुरबाणी में लिखिया, क्योंकि मैं समझती सा कि गुरु ग्रंथ साहब नू असी मत्था टेक रहे हैं, असी उहदी कहना मनना है, तो इस वास्ते क्यों नहीं असी करते पे हैं, जे लिखिया तो फिर करना चाहिए। इसे तरह मैं जब चौथी पौड़ी विच लिखिया सी अमृत वेला सच नाउ वडियाई विचार, तो मेरा अमृत वेला शुरू हो गई सी। मैनू पता सी अमृत वेला 3:30-4 वजे, तो मैं उठदी सा, पर अमृत वेला की करना है वडियाई विचार देन, क्योंकि ये करन दे नाल करमी आवे कपड़ा, ये शरीर रूपी कपड़ा कर्म दे खाते विच फायदा आएगा जे असी इस तरह करांगे। ते करमी आवे कपड़ा नदरी मोख द्वार, मोख इन्ना क्लीयर है, फिर मिलेगा तेनू मोख द्वार जो असी सारे चाहते हैं, जीवन मुक्ति। ते मैं क्या फिर तो अमृत वेला करना पेगा, क्योंकि इो क्योंकि किव सचियारा हुई है, किव कूड़े तुट्टे पाले, 2 सवाल दा ये जवाब सी कि असी अमृत वेला करना है। तो इस तरह मैं अमृत वेला भी करना शुरू किया, तो मीट भी छड़ दिता, तो गुरबाणी की खोज विच मैं लग पई सी। तो अगली बारी फिर कंटिन्यू करांगी इस कहानी नू कि मैं किवें रब नू पाया ते किवें अपनी जिंदगी नू बदल पाई। ओम शांति, सत श्री अकाल।